ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜ਼ੀਰੋ ਲਾਈਨ ਤੇ ਮੈਂ ਹਾਂ ਸੱਜਣ ਸਿੰਘ ਸੈਣੀ। ਤੁਸੀਂ ਦੇਖ ਰਹੇ ਹੋ ਜ਼ੀਰੋ ਲਾਈਨ ਦਾ ਖਾਸ ਪ੍ਰੋਗਰਾਮ। ਮੇਰਾ ਵਾਰਡ ਮੇਰਾ ਪਰਿਵਾਰ ਰੂਪਨਗਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਲਚਲ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਗੁਰਦੁਆਰਾ ਭੱਠਾ ਸਾਹਿਬ ਵਿਖੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਉਮੀਦਵਾਰਾਂ ਵੱਲੋਂ ਮੱਥਾ ਟੇਕਿਆ ਗਿਆ ਤੇ ਅੱਜ ਨਾਮਜ਼ਦਗੀਆਂ ਜਿਹੜੀਆਂ ਹੈਗੀਆਂ ਭਰੀਆਂ ਜਾਣਗੀਆਂ ਤੇ ਇੱਥੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਪਹੁੰਚੇ ਨੇ। ਗੱਲ ਕਰਦੇ ਨੇ ਕਿਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਜਿਹੜੀ ਹੈਗੀ ਚੋਣਾਂ ਲੜਨ ਜਾ ਰਹੇ ਨੇ ਤੇ ਕੀ ਮੁੱਦੇ ਰਹਿਣਗੇ ਇਸ ਚੋਣਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਚੀਮਾ ਸਾਹਿਬ, ਚੋਣਾਂ ਲੜੀਆਂ ਜਾ ਰਹੀਆਂ ਅਕਾਲੀ ਦਲ ਵੱਲੋਂ, ਕਿਹੜੇ ਮੁੱਖ ਮੁੱਦੇ ਜਿਹੜੇ ਹੈਗੇ ਜਿਨ੍ਹਾਂ ਨੂੰ ਲੈ ਕੇ ਚੋਣਾਂ ਲੜੀਆਂ ਜਾ ਰਹੀਆਂ? ਦੇਖੋ, ਇੱਕ ਤੇ ਪਹਿਲੀ ਗੱਲ ਹੈ ਕਿ ਅੱਜ ਸਾਰੇ ਹੀ ਸਾਡੇ ਜਿਹੜੇ ਕੈਂਡੀਡੇਟ ਆ ਉਹ ਨੋਮੀਨੇਸ਼ਨ ਪੱਤਰ ਆਪਣੇ ਭਰਨੇ ਸ਼ੁਰੂ ਕਰਨਗੇ ਤੇ ਅੱਜ ਉਸ ਤੋਂ ਪਹਿਲਾਂ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਸਾਰਿਆਂ ਨੇ ਰਲ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਔਰ ਸਾਨੂੰ ਉਮੀਦ ਹੈ ਕਿ ਰੋਪੜ ਸ਼ਹਿਰ ਦੀ ਸੰਗਤ ਨੇ ਪਹਿਲਾਂ ਵੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਵੱਡੀ ਸ਼ਕਤੀ ਦਿੱਤੀ ਹੈ। ਅੱਗੇ ਕਮੇਟੀ ਸਾਡੀ ਲੰਬਾ ਸਮਾਂ ਇੱਥੇ ਚੱਲਦੀ ਰਹੀ ਹੈ ਤੇ ਹੁਣ ਵੀ ਜਿਹੜਾ ਪਿਛਲਾ ਵਿਕਾਸ ਦਾ ਕੰਮ, ਕਿਉਂਕਿ ਰੋਪੜ ਦੇ ਵਿੱਚ ਇੱਕ ਗੱਲ ਹਰ ਦੇ ਘਰ ਦੇ ਵਿੱਚ ਆ ਕਿ ਜਿੰਨਾ ਕੰਮ 5 ਸਾਲ 'ਚ ਮੇਰੇ ਟਾਈਮ 'ਚ ਸ਼ਹਿਰ ਦੇ ਵਿੱਚ ਹੋਇਆ ਸੀਗਾ ਉਹ ਪਿਛਲੇ 60 ਸਾਲਾਂ ਦੇ ਵਿੱਚ ਵੀ ਕਦੀ ਐਡੀ ਵੱਡੀ ਡਿਵੈਲਪਮੈਂਟ ਨਹੀਂ ਸੀ ਹੋਈ। ਬਾਈਪਾਸ ਤੋਂ ਲੈ ਕੇ ਸਾਰੀਆਂ ਸੜਕਾਂ, ਸੀਵਰੇਜ, ਵਾਟਰ ਸਪਲਾਈ, ਕੋਈ ਕੰਮ ਸ਼ਹਿਰ ਦਾ, ਸਟਰੀਟ ਲਾਈਟ ਵਗੈਰਾ ਕੋਈ ਪੈਂਡਿੰਗ ਨਹੀਂ ਰਿਹਾ। ਜਿਹੜੇ ਟ੍ਰੀਟਮੈਂਟ ਪਲਾਂਟ ਵੀ ਬਣ ਗਏ, NCC ਅਕੈਡਮੀ ਵੀ ਬਣ ਗਈ, ਪੁਲ ਵੀ ਬਣ ਗਿਆ। ਕਦੀ ਰੋਪੜ ਵਾਸੀਆਂ ਨੇ ਨਹੀਂ ਸੀ ਸੋਚਿਆ ਕਿ ਇੰਨਾ ਕੰਮ ਕੀਤਾ ਜਾਏਗਾ। ਔਰ ਸਾਡੀ ਜਿਹੜੀ ਕਮੇਟੀ ਹੈ, ਭਾਵੇਂ ਐਸ ਜਿਹੜੇ ਹੈ ਸਰਕਾਰ ਦੇ ਵਿੱਚ 4 ਸਾਲਾਂ ਦੇ ਵਿੱਚ ਬੜਾ ਵਿਤਕਰਾ ਹੋਇਆ, ਫਿਰ ਵੀ ਸਾਡੀ ਟੀਮ ਜਿਹੜੀ ਹੈ, ਪ੍ਰਧਾਨ ਸਾਹਿਬ ਤੇ ਸਾਰੇ ਮੈਂਬਰ, ਨਾਰਥ ਇੰਡੀਆ ਦੇ ਵਿੱਚੋਂ ਸਫਾਈ ਦੇ ਕੰਮਾਂ ਦੇ ਵਿੱਚ ਫਸਟ ਆਉਣਾ ਇਹ ਬੜਾ ਵੱਡਾ ਆਨਰ ਹੁੰਦਾ ਕਿਸੇ ਕਮੇਟੀ ਵਾਸਤੇ। ਇਸ ਲਈ ਲੋਕੀ ਅੱਜ ਜਿਹੜੇ ਆ ਇੱਕ ਤਾਂ ਸਾਡੇ ਕੰਮ ਨੂੰ ਯਾਦ ਰੱਖਦੇ ਆ, ਦੂਜੀ ਗੱਲ ਇਹ ਹੈ ਕਿ ਹੁਣ ਲੋਕਾਂ ਨੇ 4 ਸਾਲ ਦੀ ਕਾਂਗਰਸ ਦੀ ਕਾਰਗੁਜ਼ਾਰੀ ਵੀ ਦੇਖ ਲਈ, 4.25 ਦਾ ਟਾਈਮ ਹੋ ਗਿਆ। ਹੁਣ ਜਿੱਥੇ ਕਮੇਟੀ ਦੇ ਕੰਮਾਂ ਦਾ ਲੇਖਾ ਜੋਖਾ ਹੋਣਾ, 4 ਸਾਲ ਦਾ ਅਸੀਂ ਹਿਸਾਬ ਕਾਂਗਰਸ ਤੋਂ ਪੁੱਛਾਂਗੇ ਵੀ ਅਸੀਂ ਇੰਨਾ ਕੁਝ ਕੀਤਾ ਸੀ ਤੇ ਤੁਸੀਂ ਸਾਰਾ ਕੰਮ ਰੋਕਿਆ ਕਿਉਂ ਸ਼ਹਿਰ ਦਾ। ਉੱਥੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਤੇ ਆਮ ਆਦਮੀ ਪਾਰਟੀ ਦੀ ਵਿਦਆਊਟ ਆਪੋਜੀਸ਼ਨ ਜਿਹੜੀ ਕਾਰਗੁਜ਼ਾਰੀ ਹੈ ਉਹ ਵੀ ਹੁਣ ਇਸ ਜਿਹੜੀ ਇਲੈਕਸ਼ਨ ਦੇ ਵਿੱਚ ਲੋਕਾਂ ਦੀ ਕਚਹਿਰੀ 'ਚ ਡਿਸਕਸ ਹੋਏਗੀ। ਸੋ ਵੱਡੇ ਮਾਇਨੇ ਨੇ ਇਸ ਇਲੈਕਸ਼ਨ ਦੇ, ਕਿਉਂਕਿ ਇਹ ਇਲੈਕਸ਼ਨ ਖਤਮ ਹੋਏਗੀ, ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਸ਼ੁਰੂ ਹੋ ਜਾਣੀ। ਇਸ ਕਰਕੇ ਕੁਦਰਤੀ ਗੱਲ ਹੈ ਕਿ ਦੋਵੇਂ ਚੀਜ਼ਾਂ ਹੁਣ ਨਾਲ ਹੀ ਚੱਲਣਗੀਆਂ। ਚੀਮਾ ਸਾਹਿਬ, ਤੁਸੀਂ ਦੱਸਿਆ ਕਿ ਸੀਵਰੇਜ ਦਾ ਹੋ ਗਿਆ, ਪੀਣ ਵਾਲੇ ਪਾਣੀ ਦਾ ਹੋ ਗਿਆ ਤੇ ਸਟਰੀਟ ਲਾਈਟਾਂ ਦਾ ਕੰਮ ਜਿਹੜਾ ਹੈਗਾ ਅਕਾਲੀ ਦਲ ਵੱਲੋਂ ਜਿਹੜਾ ਕਮੇਟੀ ਸੀ ਕਰਾਇਆ ਗਿਆ। ਕਿਹੜੇ ਹੁਣ ਕੰਮ ਪੈਂਡਿੰਗ ਰਹਿ ਗਏ ਆ ਜਿਨ੍ਹਾਂ ਮੁੱਦਿਆਂ ਦੇ ਉੱਤੇ ਵੋਟ ਮੰਗੀ ਜਾਣੀ ਹੈ ਵੀ ਆਹ ਕੰਮ ਜਿਹੜੇ ਅਸੀਂ ਕਰਾਵਾਂਗੇ ਸਾਡੇ ਜਿਹੜੇ ਉਮੀਦਵਾਰ? ਦੇਖੋ, ਕੰਮ ਵੈਸੇ ਤੇ ਜਿਹੜਾ ਇਨਫਰਾਸਟ੍ਰਕਚਰ ਵਾਲਾ ਕੰਮ ਹੈ ਉਹ ਤਾਂ ਸਾਰਾ ਹੀ 2-4% ਸ਼ਹਿਰ ਦਾ ਰਹਿ ਗਿਆ, ਸਾਰਾ ਕੰਪਲੀਟ ਹੈ। ਪਰ ਹਮੇਸ਼ਾ ਜਿਹੜੀ ਹੈ ਇਹ ਚੀਜ਼ਾਂ ਮੇਨਟੇਨੈਂਸ ਦੀ ਮੰਗ ਬਹੁਤ ਵੱਡੀ ਕਰਦੀ ਹੈ। ਹੁਣ ਆਹ 4 ਸਾਲਾਂ ਦੇ ਵਿੱਚ ਜੋ ਜਿੰਨੀ ਸੁੰਦਰਤਾ ਉਸ ਲੈਵਲ 'ਤੇ ਬਣ ਗਈ ਸੀ, ਉਹਦੇ 'ਚ ਕਮੀ ਇਸ ਕਰਕੇ ਆਈ ਕਿ ਜਿਹੜੀਆਂ ਨਾਲ ਦੀ ਨਾਲ ਲੋੜਾਂ ਹੁੰਦੀਆਂ, ਨਾਲ ਦੀ ਨਾਲ ਲਗਾਤਾਰ ਫੰਡਿੰਗ ਚਾਹੀਦੀ ਹੈ। ਸ਼ਹਿਰਾਂ ਦੇ ਵਿੱਚ ਸੀਵਰੇਜ ਦੀ ਸਫਾਈ ਚਾਹੀਦੀ ਹੈ, ਸੜਕਾਂ ਟੁੱਟ ਜਾਂਦੀਆਂ ਉਹਦੀ ਰਿਪੇਅਰ ਚਾਹੀਦੀ ਹੈ। ਹੁਣ 200 ਕਰੋੜ ਦੀ ਲਾਗਤ ਦੇ ਨਾਲ ਬਾਈਪਾਸ ਬਣਿਆ ਤੇ ਤੁਸੀਂ ਜਾ ਕੇ ਦੇਖੋ ਵੀ ਉੱਥੇ 4-4 ਮੀਟਰ ਸਰਕੰਡਾ ਉੱਗਿਆ ਹੋਇਆ, ਲੰਘਣ ਲੱਗਿਆਂ ਵੀ ਡਰ ਲੱਗਦਾ ਤੇ ਜਿਹੜੇ ਘਾਹ ਵੀ ਨਹੀਂ ਕਟਾ ਸਕਦੇ। ਹੁਣ ਇਹ ਤਾਂ ਸਰਕਾਰ ਦੀਆਂ ਨਲਾਇਕੀਆਂ। ਇਸ ਕਰਕੇ ਅਸੀਂ ਤੇ ਹੁਣ ਇਹ ਸਾਰੀ ਚੀਜ਼ਾਂ ਪੁੱਛਣੀਆਂ ਵੀ ਜੇ ਇੱਕ ਸਰਕਾਰ ਇੰਨਾ ਕੁਝ ਬਣਾ ਸਕਦੀ ਹੈ ਤੇ ਦੂਜੀ ਨੇ ਮੇਨਟੇਨ ਕਰਨ ਵਾਸਤੇ ਵੀ ਫੰਡ ਨਹੀਂ ਦਿੱਤੇ। ਹੁਣ ਤਾਂ ਵੱਡੀ ਰੋਪੜ ਸ਼ਹਿਰ ਦੇ ਵਿੱਚ ਤਾਂ ਮੇਨਟੇਨੈਂਸ ਦੀ ਹੈ ਕੁਝ ਸਮੱਸਿਆਵਾਂ ਹੈ, ਕੁਝ ਵਾਰਡਾਂ ਦੀਆਂ ਪਾਰਟੀਕੂਲਰ ਛੋਟੀਆਂ, ਪਰ ਜ਼ਿਆਦਾ ਵੱਡੀਆਂ ਮੇਜਰ ਸਮੱਸਿਆਵਾਂ ਤਾਂ ਅਸੀਂ ਪਿਛਲੀ ਵਾਰੀ ਇਨਫਰਾਸਟ੍ਰਕਚਰ ਐਡਾ ਵੱਡਾ ਕ੍ਰੀਏਟ ਕਰ ਦਿੱਤਾ, ਉਹਦੀ ਚੰਗੀ ਤਰ੍ਹਾਂ ਮੇਨਟੇਨੈਂਸ, ਰੱਖ ਰਖਾਅ, ਇਮਾਨਦਾਰੀ ਦੇ ਨਾਲ ਕੰਮ ਹੋਵੇ। ਉਹ ਹੋਰ ਜਿਹੜੀ ਆ ਅੱਗੋਂ ਮਾਡਰਨਾਈਜੇਸ਼ਨ ਵਾਲੇ ਪਾਸੇ ਸ਼ਹਿਰ ਨੂੰ ਲੈ ਕੇ ਜਾਣਾ, ਇਹ ਅੱਗੋਂ ਨਵੇਂ ਕੰਮ ਹੁਣ ਸ਼ੁਰੂ ਕਰ। ਚੀਮਾ ਸਾਹਿਬ, ਬੀਤੇ ਦਿਨੀ ਹਲਕਾ ਰੂਪਨਗਰ ਤੋਂ ਚੋਣ ਵੀ ਲੜ ਚੁੱਕੇ ਆ ਬਰਿੰਦਰ ਸਿੰਘ ਢਿੱਲੋਂ ਤੇ ਯੂਥ ਕਾਂਗਰਸ ਦੇ ਪ੍ਰਧਾਨ ਆ। ਉਹਨਾਂ ਨੇ ਕਿਹਾ ਕਿ ਕਾਫੀ ਕੰਮ ਰਹਿੰਦੇ ਸੀ, ਅਸੀਂ ਕਰਵਾਏ ਕਾਂਗਰਸ ਨੇ। ਜਿਹੜੇ ਸੜਕਾਂ ਸੀਗੀਆਂ ਉਹ ਪੀਣ ਵਾਲਾ ਪਾਣੀ ਨਹੀਂ ਸੀ, ਬਹੁਤ ਵਾਰਡਾਂ ਦੇ ਵਿੱਚ ਸੀਵਰੇਜ ਦੀ ਬਹੁਤ ਦਿੱਕਤ ਸੀ। ਉਹ ਕਹਿੰਦੇ ਕਾਂਗਰਸ ਨੇ ਕਰਾਇਆ, ਅਕਾਲੀ ਦਲ ਨੇ ਤਾਂ ਕੁਝ ਕਰਵਾਇਆ ਹੀ ਨਹੀਂ ਹੈਗਾ। ਚਲੋ ਹੁਣ ਤਾਂ ਜਨਤਾ ਗਵਾਹ ਆ, ਤੁਸੀਂ ਗਵਾਹੋ। ਇਹ ਸ਼ਹਿਰ ਦੇ ਵਿੱਚ ਸਾਨੂੰ ਵਾਰਡਾਂ ਦੇ ਵਿੱਚ ਬੋਰਡ ਲਾਉਣੇ ਪਏ ਕਿ 3 ਕਰੋੜ ਤੋਂ ਵੱਧ ਦਾ ਸਾਡਾ ਪੈਸਾ 1 ਸਾਲ ਲਗਾਤਾਰ ਪਿਆ ਰਿਹਾ ਤੇ ਸ਼ਹਿਰ ਦੇ ਜਿਹੜੀ ਕਮੇਟੀ ਨੂੰ ਕੰਮ ਕਰਨ ਨਹੀਂ ਦਿੱਤਾ।
ਕੱਲੇ ਵਾਰਡਾਂ ਦੇ ਵਿੱਚ ਅਸੀਂ ਲਿਸਟਾਂ ਬਣਾ ਕੇ ਲੋਕਾਂ ਨੂੰ ਦਿੱਤੀਆਂ ਵੀ ਆਹ ਤੁਹਾਡੇ ਕੰਮ ਹੈ। ਕਮੇਟੀ ਨੇ ਮਤੇ ਪਾਸ ਕਰ ਦਿੱਤੇ ਹੋਏ ਆ, 1.5 ਸਾਲ ਹੋ ਗਏ ਤੇ ਕਾਂਗਰਸ ਦੀ ਸਰਕਾਰ ਤੇ ਜਿਹੜੇ ਸਾਡੇ ਕਾਂਗਰਸ ਦੇ ਨੁਮਾਇੰਦੇ ਇੱਥੇ ਸੀਗੇ, ਇਹਨਾਂ ਦੀ ਕਿਰਪਾ ਸਦਕਾ ਕੰਮ ਨਹੀਂ ਹੋਣ ਦਿੱਤੇ ਜਾ ਰਹੇ। ਕਿਸ ਗੱਲ ਦੀ ਇੰਤਜ਼ਾਰ ਕੀਤੀ ਜਾ ਰਹੀ ਸੀ ਕਿ ਕਮੇਟੀ ਦੀ ਟਰਮ ਖਤਮ ਹੋਵੇ। ਕਮੇਟੀ ਦੀ ਟਰਮ ਤੱਕ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰਦੇ ਰਹੋ। ਜਿਹੜੀ 1.5 ਸਾਲ ਪਹਿਲਾਂ ਕਮੇਟੀ ਦੇ ਉੱਤੇ ਬ੍ਰੇਕਾਂ ਕਿਉਂ ਲਾਉਂਦੇ ਹੋ? ਫਿਰ ਜਿਹੜੇ ਕੰਮ ਢਿੱਲੋਂ ਸਾਹਿਬ ਨੂੰ ਪੁੱਛੋ ਕਿ 35 ਲੱਖ ਰੁਪਈਆ ਸੀਨੀਅਰ ਸਿਟੀਜ਼ਨ ਹੋਮ ਇੱਥੇ ਇੱਕ ਨਾਲ ਜਗ੍ਹਾ ਦਿੱਤੀ ਸੀ, 35 ਲੱਖ ਰੁਪਈਆ ਦਿੱਤਾ, ਉਹ ਪੈਸੇ ਵਾਪਸ ਕਿਉਂ ਗਏ? ਆ 6.5 ਕਰੋੜ ਦਾ ਪੁਲ ਸੀ ਜਿਹੜਾ ਪੁਰਖਾਲੀ ਤੋਂ ਬਿੰਦਰਖ ਦੇ ਵਿੱਚ, ਤੇ ਪੈਸਾ ਵੀ ਮਨਜ਼ੂਰ ਹੋ ਗਿਆ ਸੀ, ਪੈਸਾ ਵੀ ਆ ਗਿਆ ਸੀ, ਟੈਂਡਰ ਵੀ ਲੱਗ ਗਿਆ ਸੀ, ਕੰਮ ਅਲਾਟ ਹੋ ਗਿਆ ਸੀ, ਤੇ ਸਰਕਾਰ ਬਦਲ ਗਈ ਤੇ 6.5 ਕਰੋੜ ਹੀ ਚਲਾ ਗਿਆ। ਬੜੇ ਜਵਾਬ ਨੇ ਢਿੱਲੋਂ ਸਾਹਿਬ ਤੋਂ ਸਾਰੇ ਪੁੱਛਾਂਗੇ, ਐਮਐਲਏ ਸਾਹਿਬ ਤੋਂ ਵੀ ਪੁੱਛਾਂਗੇ। ਇਸ ਕਰਕੇ ਝੂਠ ਨਾਲ 4 ਸਾਲ ਕੱਢ ਕੇ ਹੁਣ ਇਦੋਂ ਵੱਧ ਕਿੰਨਾ ਕੰਮ ਕਰ ਸਕਦੇ ਹੋ? ਚੀਮਾ ਸਾਹਿਬ 17 ਵਾਰਡਾਂ ਤੋਂ ਜਿਹੜੇ ਹੈਗੇ ਆ ਉਮੀਦਵਾਰ ਐਲਾਨੇ ਗਏ, 4 ਵਾਰਡਾਂ ਤੋਂ ਜਿਹੜੇ ਪੈਂਡਿੰਗ ਹੈਗੇ ਉਹਨੂੰ ਲੈ ਕੇ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਆ ਕਿ ਅਕਾਲੀ ਦਲ ਨੂੰ ਤਾਂ ਕੈਂਡੀਡੇਟ ਨਹੀਂ ਮਿਲ ਰਹੇ ਚੋਣ ਲੜਨ ਦੇ ਲਈ। ਦੇਖੋ 17 ਮਿਲ ਗਏ ਨਾ, ਇਸ ਕਰਕੇ ਸਾਰੇ ਜਿਹੜੀ ਆ ਕਮੇਟੀਆਂ ਦਾ ਲਾ ਲਓ। ਅਨੰਦਪੁਰ ਸਾਹਿਬ 'ਚ ਇੱਕ ਅਨਾਊਂਸ ਕਰਨਾ ਰਹਿ ਗਿਆ, ਕੀਰਤਪੁਰ ਸਾਹਿਬ 'ਚ ਇੱਕ ਰਹਿ ਗਿਆ, ਨੰਗਲ ਦੇ ਵਿੱਚ ਜਿਹੜੇ 4-5 ਰਹਿ ਗਏ। ਇੱਕ ਸਾਡੀ ਕਿਉਂਕਿ ਬਹੁਜਨ ਸਮਾਜ ਪਾਰਟੀ ਨਾਲ ਬੜਾ ਲੇਟੈਸਟ ਸਟੇਜ ਦੇ ਉੱਤੇ ਅਸੀਂ ਜਿਹੜਾ ਸਮਝੌਤਾ ਕੀਤਾ ਔਰ ਸਾਨੂੰ ਉਸ ਗੱਲ ਦੀ ਖੁਸ਼ੀ ਹੈ। ਇਸ ਲਈ ਉਹਨਾਂ ਨੂੰ ਅਕੋਮੋਡੇਟ ਕਰਨ ਵਾਸਤੇ ਅਸੀਂ ਕੁਝ ਅਨਾਊਂਸਮੈਂਟਾਂ ਰੋਕੀਆਂ ਸੀ ਕਿ ਜਿੱਥੇ ਕਿਤੇ ਉਹਨਾਂ ਦਾ ਕਿਉਂਕਿ ਲੇਟ ਹੋਇਆ, ਅਸੀਂ ਕਾਫੀ ਅਨਾਊਂਸਮੈਂਟਾਂ ਕਰ ਚੁੱਕੇ ਸੀ, ਤੇ ਉਹਨਾਂ ਨੂੰ ਵੀ ਜਦੋਂ ਤੁਸੀਂ ਕਿਸੇ ਨੂੰ ਨਾਲ ਲੈ ਕੇ ਚੱਲਦੇ ਹੋ ਤਾਂ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਅਗਲਾ ਜਿੱਦਾਂ ਵੱਧ ਤੋਂ ਵੱਧ ਸ਼ੇਅਰ ਉਹਨੂੰ ਵੀ ਦਿੱਤਾ ਜਾਵੇ। ਇਸ ਕਰਕੇ ਕੁਝ 3-4 ਅਨਾਊਂਸਮੈਂਟਾਂ ਅਸੀਂ ਰੋਕੀਆਂ, ਪਰ ਅਸੀਂ ਕੈਂਡੀਡੇਟ ਫਾਈਨਲ ਕੀਤੇ ਹੋਏ। ਇਸ ਕਰਕੇ ਕਈ ਗੱਲਾਂ ਟੈਕਨੀਕਲ ਕਾਰਨਾਂ ਕਰਕੇ 1-2 ਦਿਨ ਰੁਕ ਜਾਂਦੀਆਂ, ਆਉਣ ਵਾਲੇ 1-2 ਦਿਨਾਂ 'ਚ ਵੀ ਤੁਹਾਡੇ ਸਾਹਮਣੇ ਆ ਜਾਣਗੇ। ਚੀਮਾ ਸਾਹਿਬ ਪਿਛਲੇ 5 ਸਾਲ ਪਹਿਲਾਂ ਜੋ ਚੋਣ ਹੋਈ ਸੀ ਨਗਰ ਕੌਂਸਲ ਦੀ, ਕਾਫੀ ਸਮੀਕਰਨ ਬਦਲ ਚੁੱਕੇ। ਉਸ ਸਮੇਂ ਅਕਾਲੀ ਭਾਜਪਾ ਇਕੱਠੀ ਲੜੀ ਸੀ ਤੇ ਕਾਂਗਰਸ ਦੇ ਵਿਚਕਾਰ ਹੀ ਮੁਕਾਬਲਾ ਸੀ, 2 ਪਾਰਟੀਆਂ ਮੇਨ ਜਿਹੜੀਆਂ ਸੀਗੀਆਂ। ਇਸ ਵਾਰੀ ਆਮ ਆਦਮੀ ਪਾਰਟੀ ਵੀ ਜਿਹੜੀ ਕਿ ਚੋਣ ਮੈਦਾਨ ਦੇ ਵਿੱਚ ਆ ਤੇ ਬੀਜੇਪੀ ਵੀ ਜਿਹੜੀ ਹੈਗੀ ਆ ਜਿਹੜੀ ਆ ਅਲੱਗ ਲੜ ਰਹੀ ਆ, ਤੇ 4 ਜਿਹੜੇ ਹੈਗੇ ਦੇਖਿਆ ਜਾਵੇ 4 ਪਾਰਟੀਆਂ ਹੋ ਚੁੱਕੀਆਂ। ਕਿਵੇਂ ਦੇਖਦੇ ਹੋ ਉਸ ਦੇ ਵਿੱਚ ਅਕਾਲੀ ਦਲ ਕਿਵੇਂ ਜਿਹੜਾ ਹੈਗਾ ਮੁਕਾਬਲਾ ਕਰਨਾ ਪਊਗਾ? ਦੇਖੋ ਗੱਲ ਇਹ ਹੈ ਨਾ, ਪਾਰਟੀਆਂ ਨਾ ਗਿਣੀ ਜੋ, ਪਾਰਟੀਆਂ ਕੋਲ ਉਮੀਦਵਾਰ ਕਿਹੜਾ। ਹੁਣ ਤੁਸੀਂ ਆਮ ਆਦਮੀ ਪਾਰਟੀ ਤਾਂ ਗਿਣ ਦਿੱਤੀ, ਸਾਨੂੰ ਸ਼ਹਿਰ 'ਚੋਂ ਦੱਸੋ ਤੁਸੀਂ ਵੀ ਨਾਮ ਤਾਂ ਹੁਣ ਦੱਸਣ ਨਾ ਵੀ ਕੀ ਹੈਗਾ। ਪਹਿਲਾਂ ਲੋਕਾਂ ਨੂੰ ਤੇ ਦੱਸਣ ਵੀ ਪਿਛਲੀ ਜਿਹੜੀ ਐਡੀ ਵੱਡੀ ਠੱਗੀ ਵੱਜੀ ਉਹਦਾ ਤਾਂ ਲੋਕੀ ਪੁੱਛਦੇ ਆ ਨਾ ਵੀ ਦੱਸੋ ਵੀ ਅਸਾਂ ਐਮਐਲਏ ਨਹੀਂ, ਲੋਕਾਂ ਨੂੰ ਤਾਂ ਲੱਭਿਆ ਵੀ 4 ਸਾਲ ਕਿੱਥੇ ਰਿਹਾ। ਉਹ ਬਾਅਦ 'ਚ ਪਤਾ ਲੱਗਾ ਵੀ ਕਾਂਗਰਸ ਪਾਰਟੀ ਚਲਾ ਗਿਆ ਸੀ। ਇਸ ਕਰਕੇ ਇਕੱਲਾ ਨਾਮ ਫਾਰਮੈਲਿਟੀ ਸੇਕ ਜਾਰੀ ਕਰਦੇ ਨੇ। ਆ ਹੁਣ ਕੈਂਡੀਡੇਟ ਤੁਹਾਡੇ ਸਾਹਮਣੇ ਖੜੇ ਆ, ਸਾਰੇ ਪਰਿਵਾਰ ਸ਼ਹਿਰ ਦੇ ਜਾਣੇ ਪਛਾਣੇ ਆ, ਸਾਰੇ ਪਰਿਵਾਰਾਂ ਦਾ ਇਤਿਹਾਸ ਆ। ਕਿਸੇ ਦੇ ਕੋਈ 3-3 ਵਾਰੀ, ਕੋਈ 4-4 ਵਾਰੀ ਇਲੈਕਸ਼ਨਾਂ ਪਰਿਵਾਰ ਲੜੇ ਆ। ਕੋਈ ਸਮਾਜਿਕ ਸੰਸਥਾਵਾਂ ਨੇ ਉਹਦੇ ਵਿੱਚ ਹਿੱਸਾ ਪਾਉਂਦੇ ਆ, ਕੋਈ ਧਾਰਮਿਕ ਸੰਸਥਾਵਾਂ ਆ ਉਹਦੇ ਵਿੱਚ ਹਿੱਸਾ ਪਾਉਂਦੇ ਆ। ਇਸ ਕਰਕੇ ਤਾਂ ਉਮੀਦਵਾਰ ਖੜੇ ਆ ਤੁਹਾਡੇ ਸਾਹਮਣੇ, ਅਸੀਂ ਗਿਣਾ ਸਕਦੇ ਹਾਂ ਇਕੱਲੇ ਜਿਹੜੇ ਪਰਿਵਾਰ। ਤੇ ਜੇ ਇਕੱਲੀ ਇਸ ਤਰ੍ਹਾਂ ਹੀ ਕਰਨੀ ਹੈ ਵੀ ਕੱਲ੍ਹ ਭਾਰਤੀ ਜਨਤਾ ਪਾਰਟੀ ਨੇ ਉੱਥੇ 4 ਉਮੀਦਵਾਰ ਐਲਾਨੇ ਤੇ 3 ਸ਼ਾਮ ਨੂੰ ਮੋੜਾ ਪਾ ਗਏ, ਤੇ ਉਹ ਕੀ ਫਾਇਦਾ? ਇੱਥੇ ਵੀ ਇਹੀ ਕੁਛ ਹੋਣਾ ਪਾਰਟੀਆਂ ਨਾਲ ਕਿ ਧੱਕੇ ਨਾਲ ਕਿਸੇ ਦਾ ਨਾਮ ਅਨਾਊਂਸ ਕਰੀ ਜਾਓਗੇ ਤੇ ਉਹ ਵਿਚਾਰੇ ਲੋਕਾਂ ਨੂੰ ਕੀ ਕਹਿਣਗੇ। ਲੋਕੀ ਨਹੀਂ ਖੜਦੇ ਹੁਣ ਇਹਨਾਂ ਪਾਰਟੀਆਂ ਦੇ ਨਾਲ। ਲੋਕੀ ਹੁਣ ਲੋਕਾਂ ਨੂੰ ਪਤਾ ਹੈ ਕਿ ਪਬਲਿਕ ਨੇ ਸਵਾਲ ਪੁੱਛਣੇ ਆ ਤੇ ਅਸੀਂ ਜਵਾਬ ਨਹੀਂ ਦੇ ਸਕਨੇ। ਇਸ ਕਰਕੇ ਲੋਕੀ ਧੱਕੇ ਨਾਲ ਅਨਾਊਂਸ ਕਰੀ ਜਾਓਗੇ, 4 ਦਿਨਾਂ 'ਚ ਪਤਾ ਲੱਗ ਜਾਣਾ ਕਿਤੇ ਕਿੰਨੇ ਉਮੀਦਵਾਰ ਹੈ। ਚੀਮਾ ਸਾਹਿਬ ਖੇਤੀ ਕਾਨੂੰਨਾਂ ਦਾ ਵਿਰੋਧ ਚੱਲ ਰਿਹਾ ਲਗਾਤਾਰ, 3 ਮੋਰਚੇ ਲੱਗੇ ਹੋਏ ਆ, ਗਾਜੀਪੁਰ, ਟਿੱਕਰੀ ਬਾਰਡਰ ਤੇ ਕੁੰਡਲੀ ਬਾਰਡਰ। ਕਾਫੀ ਸ਼ਹਿਰਾਂ ਦੇ ਲੋਕ ਵੀ ਗਏ ਹੋਏ ਨੇ ਤੇ ਪਿੰਡਾਂ ਦੇ ਲੋਕ ਵੀ ਗਏ ਨੇ। ਕੀ ਅਸਰ ਦੇਖਣ ਨੂੰ ਮਿਲੂਗਾ ਇਹਨਾਂ ਚੋਣਾਂ ਦੇ ਉੱਤੇ? ਕਿਵੇਂ ਦੇਖਦੇ ਹੋ ਕਿ ਵੋਟ ਬੈਂਕ ਥੋੜ੍ਹਾ ਘੱਟ ਸਕਦਾ ਉਹਦੇ ਨਾਲ? ਦੇਖੋ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਐਡੀ ਵੱਡੀ ਸਜ਼ਾ ਪੰਜਾਬ ਦੀ ਜਨਤਾ ਨੇ ਪਹਿਲੇ ਦਿੱਤੀ। ਤੁਸੀਂ ਦੇਖੋ ਜਿਹੜੀ ਮੈਂ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਉਹ ਇਸੇ ਦਾ ਨਤੀਜਾ, ਕਿਉਂਕਿ ਭਾਵੇਂ ਲੋਕੀ ਇਹ ਸਾਡੇ ਕੋਈ ਬਹੁਤੇ ਵੱਡੇ ਮੈਟਰੋਪੋਲੀਟਨ ਸਿਟੀ ਨਹੀਂ ਹੈਗੇ, ਇਹ ਸਾਡੇ ਪਿੰਡਾਂ ਵਾਲੇ ਮਾਹੌਲ ਆ। ਇਹ ਸਾਡੇ ਬਹੁਤੇ ਜਿਹੜੇ ਲੋਕ ਨੇ ਪਿੰਡਾਂ ਦੇ ਨਾਲ ਹੁਣ ਵੀ ਉਹਨਾਂ ਦੀਆਂ ਤਾਰਾਂ, ਉਹਨਾਂ ਦੀਆਂ ਰੂਟਸ ਸਾਰਿਆਂ ਦੀਆਂ ਪਿੰਡਾਂ ਦੇ ਵਿੱਚ ਹੀ ਨੇ। ਬਹੁਤ ਸਾਰੇ ਭਾਵੇਂ ਬੈਠੇ ਸ਼ਹਿਰ 'ਚ ਕੋਈ ਆੜਤ ਨਾਲ ਜੁੜਿਆ ਹੋਇਆ, ਕੋਈ ਕਿਸਾਨੀ ਨਾਲ ਜੁੜਿਆ ਹੋਇਆ, ਸਾਰੇ ਕਿਸਾਨੀ ਪੇਸ਼ੇ ਦੀ ਕਦਰ ਕਰਨ ਵਾਲੇ ਲੋਕ ਨੇ। ਇਸ ਕਰਕੇ ਇਹ ਤਾਂ ਆਪ ਲੋਕੀ ਚਿੰਤਤ ਨੇ। ਜੋ ਕੁਝ ਵਰਤਾਰਾ ਕਿਸਾਨਾਂ ਦੇ ਨਾਲ ਹੋਇਆ, ਜਿਹੜਾ ਧੱਕੇਸ਼ਾਹੀ ਉਹਨਾਂ ਦੇ ਨਾਲ ਹੋਈ, ਉਹ ਤਾਂ ਲੋਕੀ ਇਹਨਾਂ ਗੱਲਾਂ ਦੀ ਸਜ਼ਾ ਦੇਣੀ ਚਾਹੁੰਦੇ, ਤਾਂ ਹੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਮਿਲ ਰਹੇ ਨਾ। ਇਸ ਕਰਕੇ ਲੋਕਾਂ ਨੇ ਸਾਰਾ ਕੁਝ ਦੇਖਿਆ, ਉਹ ਅਸਰ ਪਾਏਗਾ, ਡੈਫੀਨਿਟਲੀ ਪਾਏਗਾ। ਚੀਮਾ ਸਾਹਿਬ ਪਿਛਲੀ ਵਾਰੀ ਵੀ ਗੱਲਬਾਤ ਹੋਈ ਸੀ ਆਪਣੀ, ਤੁਸੀਂ ਖਦਸ਼ਾ ਜਤਾਇਆ ਸੀਗਾ ਕਿ ਸਰਕਾਰ ਦੁਰਉਪਯੋਗ ਕਰ ਸਕਦੀ ਹੈ, ਸਰਕਾਰੀ ਮਸ਼ੀਨਰੀ ਦਾ ਧੱਕਾ ਕੀਤਾ ਜਾ ਸਕਦਾ। ਤੁਸੀਂ ਸ਼ਿਕਾਇਤ ਵੀ ਸ਼ਾਇਦ ਕੀਤੀ ਸੀ ਲਿਖਤੀ ਤੌਰ ਤੇ ਚੋਣ ਕਮਿਸ਼ਨ ਨੂੰ, ਉਹਦਾ ਕੋਈ ਜਵਾਬ ਆਇਆ? ਕੀ ਲੱਗਦਾ ਕਿ ਅੱਗੇ ਨਿਰਪੱਖ ਚੋਣਾਂ ਹੋਣਗੀਆਂ? ਦੇਖੋ ਜਵਾਬ ਤਾਂ ਕੁਝ ਚੀਜ਼ਾਂ ਦੇ ਕਮਿਸ਼ਨ ਨੇ ਦਿੱਤੇ ਆ, ਠੀਕ ਹੈ। NOC ਦਾ ਉਹਨਾਂ ਨੇ ਕਿਹਾ ਕਿ ਨਹੀਂ ਲੋੜ ਪਏਗੀ, ਪਰ ਪ੍ਰੈਕਟੀਕਲੀ ਹੁਣ ਗਰਾਊਂਡ ਦੇ ਉੱਤੇ ਕੀ ਹੁੰਦਾ ਦੇਖਦੇ ਹਾਂ। ਮੇਨ ਗੱਲ ਹੈ ਕਿ ਪੋਲਿੰਗ ਪੀਸਫੁਲ ਹੋ।
ਲੋਕਾਂ ਦੇ ਪੇਪਰ ਰਿਜੈਕਟ ਨਾ ਕੀਤੇ ਜਾਣ। ਆ ਹੁਣ ਜਿਹੜੀਆਂ ਜਾਲੀ ਵੋਟਾਂ ਵੱਡੇ ਪੱਧਰ ਤੇ ਬਣ ਰਹੀਆਂ, ਇਹਦਾ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ। ਬੜੇ ਥਾਵਾਂ ਤੋਂ ਕੰਪਲੇਂਟਾਂ ਅਸੀਂ ਦਿੱਤੀਆਂ ਕਿ ਰਾਤੋਂ ਰਾਤ ਹਾਲੇ ਵੀ ਜਿਹੜੀ ਹੈ ਕੋਈ ਪਿੰਡਾਂ ਦੀਆਂ ਵੋਟਾਂ, ਕੋਈ ਹੋਰ ਥਾਵਾਂ ਦੀਆਂ ਵੋਟਾਂ ਜਿੱਥੋਂ ਕਿਸੇ ਨੂੰ ਸੂਟ ਕਰਦਾ ਉਹ ਕੈਂਡੀਡੇਟ ਨੂੰ ਕਿਹਾ ਜਾ ਰਿਹਾ ਕਿ ਤੂੰ ਆਪਣੀਆਂ ਰਜਿਸਟਰ ਕਰ ਲੈ। ਇਹ ਹੇਰਾਫੇਰੀਆਂ ਬੰਦ ਹੋਣੀ ਚਾਹੀਦੀ। ਇਹਦੇ ਨਾਲ ਸਿਸਟਮ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ। ਬਾਕੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਗੇ। ਮੈਂ ਅੱਜ ਵੀ ਕਹਿੰਦਾ ਕਿ ਸਾਰੇ ਪੰਜਾਬ ਦੇ ਵਿੱਚ ਸ਼ਾਨ ਦੇ ਨਾਲ ਅਸੀਂ ਜਿੱਤਾਂਗੇ। ਨਾ ਕਾਂਗਰਸ ਲੱਭਣੀ ਹੈ, ਨਾ ਆਮ ਆਦਮੀ ਪਾਰਟੀ ਲੱਭਣੀ ਹੈ। ਭਾਰਤੀ ਜਨਤਾ ਪਾਰਟੀ ਤਾਂ ਹੁਣ ਕਹਿਣ ਦੀ ਲੋੜ ਨਹੀਂ ਕਰ। ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਵੱਲੋਂ ਐਲਾਨ ਕੀਤਾ ਕਿ 9 ਫਰਵਰੀ ਨੂੰ ਸੰਸਦ ਘੇਰਾਂਗੇ ਅਸੀਂ, ਜਿਹੜਾ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਕਿਵੇਂ ਦੇਖਦੇ ਹੋ? ਦੇਖੋ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਨਾ ਚਾਹੀਦਾ। ਜਿਹੜੀ ਜੇ ਸਹੀ ਗੱਲ ਕਰਨੀ ਤਾਂ ਸ਼ੁਰੂ ਤੋਂ ਲੈ ਕੇ ਜਾਂ ਰਾਹੁਲ ਗਾਂਧੀ ਦਾ ਘਰ ਘੇਰਨ, 2019 ਦਾ ਮੈਨੀਫੈਸਟੋ, 2017 ਦਾ ਮੈਨੀਫੈਸਟੋ, ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਸੋਧਾਂ ਕਰਕੇ ਇਹੀ ਕਾਨੂੰਨ ਪੰਜਾਬ 'ਚ ਲਾਗੂ ਕੀਤੇ ਆ। ਹਾਈ ਪਾਵਰਡ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਸੀ। ਘਰੋਂ ਘੇਰੋ ਨਾ ਜਿਹੜੇ ਜ਼ਿੰਮੇਵਾਰ ਹੈ। ਇਸ ਕਰਕੇ ਬਾਕੀ ਜੇ ਸਿਆਸਤ ਕਰਨੀ ਹੈ ਕਰੀ ਜਾਓ। ਬੀਤੇ ਜੀ ਨੇ ਵਰਿੰਦਰ ਢਿੱਲੋਂ ਵੱਲੋਂ ਇੱਛਾ ਜਤਾਈ ਗਈ ਤੁਹਾਡੇ ਨਾਲ ਚਾਹ ਦਾ ਕੱਪ ਪੀਣ ਨੂੰ, ਉਹ ਹੋਇਆ ਫਿਕਸ ਟਾਈਮ ਕੋਈ? ਨਹੀਂ, ਹਾਲੇ ਨਹੀਂ ਹੋਇਆ, ਪਰ ਉਹ ਤਾਂ ਖੁੱਲ੍ਹਾ ਹੀ ਹੈ। ਸਾਡੇ ਦਰਵਾਜ਼ੇ ਤਾਂ ਸਾਰਿਆਂ ਵਾਸਤੇ ਖੁੱਲ੍ਹੇ ਆ। ਦੇਖੋ, ਕੋਈ ਪਰਸਨਲ ਲੜਾਈ ਨਹੀਂ ਹੁੰਦੀ ਕਿਸੇ ਨਾਲ। ਨੌਜਵਾਨ ਆਗੂ ਹੈ ਸਾਡੇ, ਲੰਬੇ ਸਮੇਂ ਤੋਂ ਇਸੇ ਹਲਕੇ 'ਚ ਸਾਡੇ ਨਾਲ ਵਿਚਰਦਾ। ਕਦੀ ਸਾਡਾ ਕੋਈ, ਤੁਸੀਂ ਵੀ ਦੇਖਿਆ ਹੋਣਾ ਪਬਲਿਕਲੀ, ਕਦੀ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਕਦੀ ਮੈਂ ਕੋਈ ਗੱਲ ਕੀਤੀ ਨਾ ਉਹਨਾਂ ਨੇ ਕੀਤੀ। ਇਹ ਤਾਂ ਅਸੂਲਾਂ ਦੀ ਲੜਾਈ ਹੈ, ਪਾਲਿਸੀਆਂ ਦੀ ਲੜਾਈ। ਉਹਦੇ 'ਚ ਪਾਲਿਸੀਆਂ ਤੋਂ ਅਸੀਂ ਕਿਸੇ ਨੂੰ ਸਪੇਅਰ ਨਹੀਂ ਕਰਦੇ। ਉਹ ਅਸੀਂ ਉਹਨਾਂ ਨੂੰ ਪੁੱਛਾਂਗੇ ਵੀ ਜਿਹੜੀ ਢਿੱਲੋਂ ਸਾਹਿਬ ਨੇ ਕਮੇਟੀ ਬਣਾਈ ਸੀ ਰੇਤਾ ਦੀ ਵਾਸਤੇ, ਉਹਦੀ ਰਿਪੋਰਟ ਜਨਤਕ ਕਿਉਂ ਨਹੀਂ ਹੋਈ, ਉਹ ਜ਼ਰੂਰ ਪੁੱਛਾਂਗੇ। ਪਰ ਜਦੋਂ ਚਾਹ ਪੀਣ ਆਏ ਉਦੋਂ ਨਹੀਂ ਪੁੱਛਾਂਗੇ, ਲੋਕਾਂ ਦੀ ਕਚਹਿਰੀ 'ਚ ਪੁੱਛਾਂਗੇ। ਇਸ ਕਰਕੇ ਪਾਰਟੀਆਂ ਆਪਣੀ ਥਾਂ ਕੰਮ ਕਰਦੀਆਂ। ਜਾਤੀ ਸੰਬੰਧ ਚੰਗੇ ਹੋਣੇ ਚਾਹੀਦੇ। ਇਸ 'ਤੇ ਹਮੇਸ਼ਾ ਹੀ ਇਸ ਗੱਲ ਦੇ ਹਾਮੀ ਰਹੇ ਹਾਂ। ਅਸੀਂ ਬਾਲ ਸਾਹਿਬ ਦੇ ਨਾਲ ਉਹਨਾਂ ਤੋਂ ਰਾਜਨੀਤੀ ਅਸੀਂ ਸਿੱਖੀ ਹੈ, ਔਰ ਇਹ ਕਦਰਾਂ ਕੀਮਤਾਂ ਰਾਜਨੀਤੀ 'ਚ ਰਹਿਣੀਆਂ ਚਾਹੀਦੀਆਂ ਕਿ ਪਾਰਟੀਆਂ ਆਪਣੀ ਥਾਂ ਰਹਿਣ, ਦੂਜੀਆਂ ਗੱਲਾਂ ਜਿਹੜੀਆਂ ਉਹ ਆਪਣੀ ਥਾਂ। ਚੀਮਾ ਸਾਹਿਬ, ਜ਼ਿਲ੍ਹੇ ਦੇ ਵਿੱਚ 6 ਜਿਹੜੀਆਂ ਹੈਗੀਆਂ ਜਗ੍ਹਾ ਨਗਰ ਕੌਂਸਲ, ਨਗਰ ਨਿਗਮ, ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ। ਕੀ ਲੱਗਦਾ ਕਿ ਦਾਅਵਾ ਕਰਦੇ ਹੋ ਕਿੰਨੀਆਂ ਕੁ ਸੀਟਾਂ ਤੇ ਜਿੱਤੂਗਾ ਅਕਾਲੀ ਦਲ? ਨਹੀਂ, ਇਸ ਵੇਲੇ ਪੋਜੀਸ਼ਨ ਬਹੁਤ ਅੱਛੀ। ਬਾਕੀ ਤਾਂ ਹੁਣ ਦਿਨਾਂ ਦੀ ਗੱਲ ਹੈ, 2 ਹਫ਼ਤਿਆਂ ਬਾਅਦ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ। ਲੇਕਿਨ ਗੁਰੂ ਮਹਾਰਾਜ ਦੀ ਬੜੀ ਵੱਡੀ ਕਿਰਪਾ, ਕਿਉਂਕਿ ਕੈਂਡੀਡੇਟਾਂ ਦੀ ਚੋਣ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਕਿ ਜਦੋਂ ਐਡੇ ਸੌਖੇ, ਐਡੇ ਵਧੀਆ ਉਮੀਦਵਾਰ, ਸਾਰੇ ਤੁਹਾਡੇ ਸਿੰਬਲ 'ਤੇ ਲੜਨ ਵਾਲੇ ਉਮੀਦਵਾਰ, ਜਦੋਂ ਤੁਹਾਨੂੰ ਹੌਸਲਾ ਪਹਿਲੇ ਮਿਲ ਜਾਂਦਾ। ਵੈਸੇ ਵੀ ਲੋਕਾਂ ਦੇ ਵਿੱਚ ਰੁਝਾਨ ਦੇਖੋ ਕਿ ਕਿੰਨੀ ਵੱਡੀ ਗਿਣਤੀ 'ਚ ਕੱਲ੍ਹ ਸਾਬਕਾ ਕੌਂਸਲਰ ਜਿਹੜੀ ਹੈ ਕਿਰਨ, ਉਹ ਸਾਡੇ 'ਚ ਸ਼ਾਮਲ ਹੋਈ। ਉਸ ਤੋਂ ਪਹਿਲਾਂ ਕਿੰਨੇ ਚੰਗੇ ਸ਼ਹਿਰ ਦੇ ਕਾਂਗਰਸ ਦੇ ਪਰਿਵਾਰ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ। ਹੋਰ ਪਾਰਟੀਆਂ ਦੇ ਨੁਮਾਇੰਦੇ ਸਾਡੇ ਵਿੱਚ ਸ਼ਾਮਲ ਹੋਏ। ਇਸ ਕਰਕੇ ਰੁਝਾਨ, ਇਹ ਸਾਰੀਆਂ ਚੀਜ਼ਾਂ ਇਸੇ ਗੱਲ ਦਾ ਹੀ ਸੰਕੇਤ ਕਰਦੀਆਂ ਹੁੰਦੀਆਂ ਕਿ ਹਵਾ ਦਾ ਰੁਖ ਕਿੱਧਰ ਨੂੰ ਜਾ ਰਿਹਾ। ਚੀਮਾ ਸਾਹਿਬ, ਜਿਵੇਂ ਤੁਸੀਂ ਸ਼ੁਰੂ ਤੋਂ ਰੂਪਨਗਰ ਹਲਕੇ ਨਾਲ ਜੁੜੇ ਹੋਏ, ਰੂਪਨਗਰ ਸ਼ਹਿਰ ਨਾਲ ਜੁੜੇ ਹੋਏ, ਕਾਫੀ ਵਿਕਾਸ ਵੀ ਕਰਵਾਇਆ ਹੈਗਾ। ਰੂਪਨਗਰ ਨਗਰ ਕੌਂਸਲ ਤੋਂ ਕੀ ਮੰਨਦੇ ਹੋ ਕਿੰਨੀਆਂ ਸੀਟਾਂ ਅਕਾਲੀ ਦਲ ਲੈ ਕੇ ਜਾ ਸਕਦਾ? ਨਹੀਂ, ਇਸ ਵੇਲੇ ਤੋਂ ਅਸੀਂ ਬੜੀ ਅੱਛੀ ਮੈਜੋਰਟੀ ਲੈ ਕੇ ਜਾਵਾਂਗੇ। ਰੂਪਨਗਰ ਤੱਕ ਪਹਿਲਾਂ ਵੀ ਸਾਨੂੰ ਮਾਣ ਹੈ, ਸ਼ਹਿਰ ਵਾਸੀਆਂ ਨੇ 2 ਵਾਰੀ ਸਾਡੀ ਕਮੇਟੀ ਬਣਾਈ ਹੈ। ਪਰ ਹੁਣ ਲੋਕੀ, ਮੈਂ ਕਹਿੰਦਾ ਕਿ ਜਿਹੜੀ ਆ ਵਿਤਕਰਾ ਹੋਇਆ 3 ਸਾਲ 4 ਸਾਲ ਕਾਂਗਰਸ ਦੇ ਰਾਜ 'ਚ, ਇਹਦੀ ਸਜ਼ਾ ਨਾਲ ਦੀ ਨਾਲ ਲੋਕੀ ਦੇਣ। ਕਿਉਂਕਿ ਇਹ ਤਾਂ ਨਹੀਂ ਨਾ ਵੀ ਇੱਕ 5 ਸਾਲ ਦੇ ਰਾਜ 'ਚ 60 ਸਾਲ ਦੀ ਕਸਰ ਪੂਰੀ ਕਰ ਦਿਓ ਤੇ ਦੂਜੇ 'ਚ ਆ ਕੇ ਤੁਸੀਂ ਬ੍ਰੇਕਾਂ ਲਾ ਦਿਓ ਤੇ ਜਿਹੜੇ ਪਹਿਲਾਂ ਪੈਸੇ ਜਮ੍ਹਾਂ ਸੀ ਉਹ ਵੀ ਵਾਪਸ ਕਰ ਦਿਓ। ਇਸ ਕਰਕੇ ਉਹ ਚੀਜ਼ਾਂ ਦਾ ਹਿਸਾਬ ਤਾਂ ਕਾਂਗਰਸ ਨੂੰ ਦੇਣਾ ਪਊਗਾ, MLA ਨੂੰ ਵੀ ਦੇਣਾ ਪਊਗਾ, ਆਮ ਆਦਮੀ ਪਾਰਟੀ ਨੂੰ ਵੀ ਦੇਣਾ ਪਊਗਾ, ਔਰ ਕਾਂਗਰਸ ਨੂੰ ਦੇਣਾ ਪਊਗਾ। ਮੰਨਦੇ ਹੋ ਕਿ ਇਸ ਵਾਰੀ ਵੀ ਨਗਰ ਕੌਂਸਲ ਤੇ ਅਕਾਲੀ ਦਲ ਦਾ ਜਿਹੜਾ ਹੈਗਾ ਪ੍ਰਧਾਨ ਬਣ ਸਕਦਾ ਜੀ? ਬਿਲਕੁਲ 100% ਤੁਹਾਡੇ ਸਾਹਮਣੇ। ਪਹਿਲਾਂ ਬਣਿਆ ਤਾਂ ਗੁਰੂ ਮਹਾਰਾਜ ਦੀ ਅੱਜ ਅਰਦਾਸ ਸੰਗਤ ਨੇ ਕੀਤੀ ਹੈ, ਰਲ ਕੇ ਕਿਰਪਾ ਹੋਈ। ਸੋ ਬਿਲਕੁਲ ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ, ਜਿਨ੍ਹਾਂ ਨੇ ਦੱਸਿਆ ਕਿ ਇਸ ਵਾਰੀ ਨਗਰ ਕੌਂਸਲ ਤੇ ਜਿਹੜਾ ਹੈਗਾ ਪਿਛਲੀ ਵਾਰ ਦੀ ਤਰ੍ਹਾਂ ਅਕਾਲੀ ਦਲ ਦਾ ਜਿਹੜਾ ਹੈਗਾ ਪੂਰਾ ਕਬਜ਼ਾ ਰਹੇਗਾ। ਅਕਾਲੀ ਦਲ ਦੀ ਜਿਹੜੀ ਹੈਗੀ ਹੈ ਪੂਰੀ ਚੜ੍ਹਦਾ, ਕਿਉਂਕਿ ਲੋਕਾਂ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ। ਜੋ ਵਿਕਾਸ ਨਗਰ ਕੌਂਸਲ ਦਾ ਰੂਪਨਗਰ ਸ਼ਹਿਰ ਦੇ ਵਿੱਚ ਅਕਾਲੀ ਦਲ ਵੱਲੋਂ ਕਰਵਾਇਆ ਗਿਆ, ਉਹ ਅੱਜ ਤੱਕ ਕਿਸੇ ਵੀ ਪਾਰਟੀ ਵੱਲੋਂ ਨਹੀਂ ਕਰਵਾਇਆ ਗਿਆ। ਹਾਲਾਂਕਿ ਇਹਨਾਂ ਨੇ ਕਾਂਗਰਸ ਦੇ ਉੱਤੇ ਆਰੋਪ ਲਾਏ ਆ ਕਿ ਕਾਫੀ ਵੱਡੇ ਪੱਧਰ ਤੇ ਜਿਹੜਾ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਸੀ ਅਕਾਲੀ ਦਲ ਵੱਲੋਂ, ਉਹ ਕਾਂਗਰਸ ਵੱਲੋਂ ਵਿਚਕਾਰ ਹੀ ਰੋਕੇ ਗਏ। ਕਰੋੜਾਂ ਰੁਪਏ ਦੇ ਫੰਡ ਵਾਪਸ ਲਏ ਗਏ ਨੇ, ਜਿਸ ਦਾ ਜਵਾਬ ਹੁਣ ਨਗਰ ਕੌਂਸਲ ਚੋਣਾਂ ਦੇ ਵਿੱਚ ਲੋਕ ਦੇਣਗੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਜ਼ੀਰੋ ਲਾਈਨ ਨਿਊਜ਼।
ਜੀ